मंदिर दे विच अल्लाह अल्लाह आखांगा, मैं गुरुद्वारे विच नाम राम दा बोलांगा, मैं घर खुदा दे जाके बालू मोमबत्तियां, ते मैं यीशु दे घर जाके रोज़ा खोलांगा। एक दा पाठ है पढ़िया, एक नू जपदा नानक दा पुत हाँ, तेरा तेरा तोलांगा, नानक दा पुत हाँ, तेरा तेरा तोलांगा। सो जब एडे एडे बड़े बड़े बुलारे अपनी हारे देगा, बस मैं यही कहना भी अल्लाह पाक वाहिगुरु ईश्वर परमात्मा सारे पहला तो एक करे, क्योंकि जब आप सारे एक होवांगे किसी भी जात पात का रौला नहीं रहेगा, फिर यही काम सारे एकजुट होके लगिए, फिर ही अपने पंजाब का विकास हो सकता है, पूरे इंडिया का विकास हो सकता है। आप एक होइए पहला गुरु नानक देव जी ने लिखा सी एक ओंकार, तो जे आप एक होवांगे ते फिर ही अपना कुछ बढ़ेगा। जे आखदे सो मैनूं इन्नियां वधिया वधिया गल्लां सुनने का मौका मिले, मैं इन्ने जोगा है नहीं भी मैं किसी को सलाह दे सका, पर मैं हमेशा बेनती करदा, मैं जदों अपने फैन पेज के उत्ते लाइव भी होना तो मैं हमेशा यही कहना भी मेरी हाथ जोड़ के बेनती है, मेरी रिक्वेस्ट है कि तुसी हमेशा सच्चे मुसलमान या सच्चे सिख उदों बन सकते हो, एक इंसान ने उदों तुसी बन सकते हो जदों तुसी किसी दा हक नहीं मारते, या जदों तुसी किसी नाल वधिया बर्तावा करते हैं, या जदों तुसी किसी दा दिल नहीं दिखाते। ਲੁਧਿਆਣਾ ਵਿੱਚ ਅੱਜ ਕੈਲਾਸ਼ ਸਿਨੇਮਾ ਚੌਂਕ ਤੇ ਸ਼੍ਰੀ ਗੁਰੂ ਨਾਨਕ ਮੋਦੀਖਾਨੇ ਦੇ ਨਾਂ ਤੇ ਇੱਕ ਦਵਾਈਆਂ ਦਾ ਸਟੋਰ ਖੋਲ੍ਹਿਆ ਗਿਆ ਹੈ, ਜਿਸ ਵਿੱਚ ਦਵਾਈਆਂ ਫੈਕਟਰੀ ਦੀਆਂ ਕੀਮਤਾਂ ਤੇ ਹੀ ਮਿਲਿਆ ਕਰਨਗੀਆਂ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਦਵਾਈ ਵਿਕਰੇਤਾ ਵੱਡਾ ਮਾਰਜਨ ਰੱਖ ਕੇ ਦਵਾਈਆਂ ਅੱਗੇ ਵੇਚਦੇ ਹਨ, ਜਿਸ ਕਰਕੇ ਲੋਕਾਂ ਤੱਕ ਮਹਿੰਗੇ ਭਾਅ ਤੇ ਇਹ ਦਵਾਈਆਂ ਪਹੁੰਚਦੀਆਂ ਹਨ ਅਤੇ ਜੋ ਲੋਕ ਮਹਿੰਗੀਆਂ ਦਵਾਈਆਂ ਖਰੀਦਣ ਤੋਂ ਅਸਮਰੱਥ ਹੁੰਦੇ ਹਨ, ਉਹਨਾਂ ਨੂੰ ਵੀ ਮਜਬੂਰਨ ਇਹ ਦਵਾਈਆਂ ਮਹਿੰਗੀਆਂ ਕੀਮਤਾਂ ਤੇ ਹੀ ਲੈਣੀਆਂ ਪੈਂਦੀਆਂ ਹਨ। ਪਰ ਹੁਣ ਗਰੀਬ ਲੋਕਾਂ ਨੂੰ ਇਹ ਦਵਾਈਆਂ ਫੈਕਟਰੀਆਂ ਵੱਲੋਂ ਨਿਰਧਾਰਤ ਕੀਮਤਾਂ ਤੇ ਹੀ ਉਪਲਬਧ ਹੋਣਗੀਆਂ। ਸ਼੍ਰੀ ਗੁਰੂ ਨਾਨਕ ਮੋਦੀਖਾਨੇ ਦੇ ਉਦਘਾਟਨ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਆਏ 5 ਪਿਆਰਿਆਂ ਵੱਲੋਂ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਦਵਾਈਆਂ ਦੇ ਇਸ ਮੋਦੀਖਾਨੇ ਦੀ ਸ਼ੁਰੂਆਤ ਕੀਤੀ ਗਈ। ਇਸ ਮੋਦੀਖਾਨੇ ਦੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ ਹੈ ਅਤੇ ਅੱਜ ਕੱਲ੍ਹ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਮਨਦੀਪ ਮੰਨਾ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਲੋੜ ਹੈ ਮਨੁੱਖਤਾ ਦੀ ਸੇਵਾ ਦੀ, ਗਰੀਬ ਲੋਕਾਂ ਦੀ ਬਾਂਹ ਫੜਨ ਦੀ, ਤਾਂ ਜੋ ਉਹਨਾਂ ਨੂੰ ਰੋਟੀ ਪਾਣੀ ਦੇ ਨਾਲ ਦਵਾਈਆਂ ਵੀ ਸਸਤੀਆਂ ਕੀਮਤਾਂ ਤੇ ਮੁਹੱਈਆ ਹੋ ਸਕਣ ਅਤੇ ਉਹ ਇਹਨਾਂ ਨੂੰ ਆਸਾਨੀ ਨਾਲ ਖਰੀਦ ਸਕਣ। ਅੱਜ ਲੁਧਿਆਣੇ ਦੇ ਵਿੱਚ ਜੇ ਕਹਿ ਲਈਏ ਵੀ ਪੂਰੇ ਪੰਜਾਬ ਦੇ ਵਿੱਚ ਇਹ ਪਹਿਲਾ ਪ੍ਰੋਜੈਕਟ ਜਿਹੜਾ ਕਿ ਸਿੱਖ ਵੈਲਫੇਅਰ ਕਾਉਂਸਲ ਵੱਲੋਂ ਕੀਤਾ ਜਾ ਰਿਹਾ, ਜਿਹਦਾ ਨਾਮ ਰੱਖਿਆ ਗੁਰੂ ਨਾਨਕ ਮੋਦੀਖਾਨਾ। ਇਸ ਪ੍ਰੋਜੈਕਟ ਦੇ ਵਿੱਚ ਜਦੋਂ ਦਾ ਲੋਕਡਾਊਨ ਸ਼ੁਰੂ ਹੋਇਆ ਹੈ, ਦਵਾਈਆਂ ਦੇ ਕੰਮ ਦੇ ਵਿੱਚ ਕਾਲਾ ਬਾਜ਼ਾਰੀ ਨੇ ਬਹੁਤ ਸਿਰ ਚੁੱਕਿਆ। ਕਾਲਾ ਬਾਜ਼ਾਰੀ ਨੂੰ ਠੱਲ ਪਾਉਣ ਵਾਸਤੇ, ਜ਼ਰੂਰਤਮੰਦ ਤੱਕ ਦਵਾਈਆਂ ਪਹੁੰਚਾਉਣ ਵਾਸਤੇ ਗੁਰੂ ਨਾਨਕ ਮੋਦੀਖਾਨਾ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ ਜਿਸ ਭਾਅ 'ਤੇ ਬਾਜ਼ਾਰ ਦੇ ਵਿੱਚੋਂ ਕੰਪਨੀਆਂ ਤੋਂ ਦਵਾਈਆਂ ਖਰੀਦੀਆਂ ਜਾਣਗੀਆਂ, ਉਸੇ ਰੇਟ 'ਤੇ ਜਿਹੜਾ ਕੰਜ਼ਿਊਮਰ ਹੈ, ਜਿਹੜਾ ਦਵਾਈ ਖਾਣ ਵਾਲਾ, ਉਹਦੇ ਘਰ ਤੱਕ ਦਵਾਈ ਪਹੁੰਚਦੀ ਕੀਤੀ ਜਾਵੇਗੀ। ਉਹਦੇ ਵਿੱਚ 1 ਰੁਪਈਆ ਵੀ ਖਰਚੇ ਦਾ ਜਾਂ ਕਮਾਈ ਦਾ ਐਡ ਕਰਨਾ ਇਸ ਮੋਦੀਖਾਨੇ ਲਈ ਗੁਨਾਹ ਦੇ ਬਰਾਬਰ ਹੋਵੇਗਾ। ਕੀ ਕਹਿਣਾ ਚਾਹੋਗੇ? ਮੇਰੇ ਬੜੇ ਵੱਡੇ ਭਾਗ ਨੇ ਜੀ। ਮੈਂ ਮਤਲਬ 54-55 ਦਿਨ ਤੋਂ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ। ਅੱਜ ਪਹਿਲੇ ਦਿਨ ਮੈਂ ਬਾਹਰ ਨਿਕਲਿਆ, ਔਰ ਜੋ ਇਹ ਸੇਵਾ ਨਿਭਾ ਰਹੇ ਨੇ ਜਾਂ ਜੋ ਇਹਨਾਂ ਸ਼ੁਰੂਆਤ ਕੀਤੀ ਹੈ ਗੁਰੂ ਨਾਨਕ ਮੋਦੀਖਾਨਾ ਦੀ, ਕਿ ਲੋਕਾਂ ਨੂੰ ਹਰ ਪਾਸੇ ਹੀ ਬਹੁਤ ਜ਼ਿਆਦੀਆਂ ਦਿੱਕਤਾਂ ਆ ਰਹੀਆਂ ਨੇ। ਲਾਕਡਾਊਨ ਦੇ ਨਾਲ, ਕਰਫਿਊ ਦੇ ਨਾਲ ਲੋਕਾਂ ਦੀਆਂ ਰੋਜ਼ਮਰਾ ਦੀਆਂ ਜਿਹੜੀਆਂ ਲੋੜਾਂ ਵੀ ਨਹੀਂ ਸੀ ਪੂਰੀਆਂ ਹੋ ਰਹੀਆਂ, ਉਹਦੇ ਲਈ ਵੀ ਲੋਕਾਂ ਨੇ ਜਿਹੜਾ ਉਪਰਾਲਾ ਕੀਤਾ, ਕਿਸੇ ਨੂੰ ਰਾਸ਼ਨ ਦੇਣ ਦਾ, ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ। ਉਹਦੇ ਨਾਲ ਦਵਾਈਆਂ ਦੀ ਬੜੀ ਵੱਡੀ ਦਿੱਕਤ ਸੀਗੀ ਕਿ ਕਈ ਮਹਿੰਗੀਆਂ ਮਿਲ ਰਹੀਆਂ ਸੀ, ਕਈ ਮਿਲ ਹੀ ਨਹੀਂ ਸੀ ਰਹੀਆਂ, ਕਿਤੇ ਦੁਕਾਨਾਂ ਦਾ ਵੀ ਨਹੀਂ ਸੀ ਪਤਾ ਲੱਗਦਾ। ਤੇ ਜੋ ਉਪਰਾਲਾ ਇਹਨਾਂ ਗੁਪਤਾ ਜੀ ਦੇ ਸਹਿਯੋਗ ਨਾਲ ਸਿੱਖ ਵੈਲਫੇਅਰ ਕਾਉਂਸਲ ਨੇ ਕੀਤਾ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ। ਔਰ 54-55 ਦਿਨ ਅੰਮ੍ਰਿਤਸਰ ਸੇਵਾ ਕਰਨ ਤੋਂ ਬਾਅਦ ਅੱਜ ਜਿੰਨੀ ਕੁ ਮੈਨੂੰ ਇੱਥੇ ਆ ਕੇ ਅਥਾਹ ਖੁਸ਼ੀ ਇਸ ਗੱਲ ਦੀ ਮਿਲੀ ਹੈ ਕਿ ਮੈਂ ਗੁਰਦੁਆਰਾ ਸਾਹਿਬ ਗਿਆ, ਉੱਥੇ ਜਿਹੜਾ
ਪਾਠ ਚੱਲਦਾ ਸੀਗਾ, ਕੀਰਤਨ ਚੱਲਦੇ ਸੀਗੇ ਤੇ ਉੱਥੇ ਖਾਨ ਸਾਹਿਬ ਨੇ ਕੀਰਤਨ ਕੀਤਾ ਉੱਥੇ ਬਹਿ ਕੇ। ਤੇ ਮੈਂ ਪਹਿਲਾਂ ਇਹਨਾਂ ਨੂੰ ਪੁੱਛਦਾ ਸੀਗਾ ਕਿ ਇਹ ਰੋਜ਼ੇ ਜਿਹੜੇ ਆ ਸਾਲ 'ਚ 2 ਵਾਰੀ ਨੇ ਕਿ 1 ਵਾਰੀ, ਕਿਉਂਕਿ ਮੇਰੇ ਮਨ ਦੀ ਬੜੀ ਤਮੰਨਾ, ਮੈਂ ਇੱਕ ਵਾਰੀ ਮੈਂ ਝੂਠ ਨਹੀਂ ਬੋਲਿਆ ਕਦੀ, ਮੈਂ ਰੱਖਣਾ ਚਾਹੁੰਦਾ ਕਿ ਅੱਲਾ ਦੀ ਬੜੀ ਬਖਸ਼ਿਸ਼ ਹੁੰਦੀ ਆ ਸਿਹਤ ਦੇ ਉੱਤੇ, ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਸੀਗਾ ਫੁਰਸਤ 'ਚ ਇਹਨਾਂ ਨੂੰ। ਇਹ ਸੁਮੇਲ ਜਿਹੜਾ ਆਪਸ ਦੇ ਵਿੱਚ ਬਣਿਆ ਰਵੇ, ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ, ਇੱਕ ਦੂਜੇ ਦਾ ਸਾਥ ਦਿੱਤਾ ਜਾਵੇ। ਮੈਂ ਜਿਸ ਦਿਨ ਇਹ ਲੋਕਡਾਊਨ ਸ਼ੁਰੂ ਹੋਇਆ ਸੀ ਉਸ ਦਿਨ ਕਹਿ ਦਿੱਤਾ ਸੀਗਾ ਕਿ ਲੋਕ ਸਵੇਰੇ ਕਮਾ ਕੇ ਤੇ ਰਾਤ ਨੂੰ ਖਾਣ ਵਾਲੇ ਨੇ। ਕਈ ਲੋਕਾਂ ਨੇ ਬੜੇ ਸਵਾਲ ਕੀਤੇ ਸੀ ਕਿ ਕਿਸੇ ਦੇ ਘਰ 2 ਦਿਨ ਦਾ ਰਾਸ਼ਨ ਤੇ ਹੋਊਗਾ, 3 ਦਿਨ ਦਾ ਰਾਸ਼ਨ ਤੇ ਹੋਊਗਾ। ਤੇ ਮੈਂ ਉਦੋਂ ਕਿਹਾ ਸੀਗਾ ਕਿ ਜਿਹੜਾ ਬੰਦਾ ਸਵੇਰੇ ਦਿਹਾੜੀ ਕਰਦਾ, ਕੋਈ ਬੂਟ ਪਾਲਿਸ਼ ਵਾਲਾ, ਕੋਈ ਦਿਹਾੜੀ ਵਾਲਾ, ਉਹਦੇ ਕੋਲ ਸ਼ਾਮ ਤੱਕ ਦਾ ਵੀ ਰਾਸ਼ਨ ਨਹੀਂ ਹੁੰਦਾ, ਉਹਦੇ ਬੱਚਿਆਂ ਦਾ ਦੁੱਧ ਨਹੀਂ ਹੁੰਦਾ। ਇਸ ਕਰਕੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀਗਾ। ਇੱਥੇ ਵੀ ਜਿਹੜਾ ਇਹਨਾਂ ਨੇ ਇਹ ਸੇਵਾ ਨਿਭਾਈ ਹੈ, ਮੈਂ ਫਿਰ ਕਹਿਣਾ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਇਹਨਾਂ ਚੀਜ਼ਾਂ ਦੀ। ਇਹ ਮੈਂ ਉਦੋਂ ਕਿਹਾ ਸੀਗਾ ਕਿ ਖੁਦਕੁਸ਼ੀਆਂ ਸ਼ੁਰੂ ਹੋ ਜਾਣਗੀਆਂ, ਲੋਕਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ। ਹੁਣ ਮੈਨੂੰ ਪਤਾ ਲੱਗਾ ਸੀਗਾ ਕਿ 3-4 ਦਿਨ ਪਹਿਲਾਂ ਲੁਧਿਆਣੇ ਇੱਕ ਖੁਦਕੁਸ਼ੀ ਹੋਈ ਸੀ, ਕੱਲ ਅੰਮ੍ਰਿਤਸਰ ਹੋ ਗਈ। ਮੈਂ ਨਹੀਂ ਕਹਿੰਦਾ ਉਹ ਭੁੱਖ ਨਾਲ ਹੋਈ ਹੈ, ਕਿਉਂਕਿ ਜੇ ਸਾਡੇ ਸ਼ਹਿਰ 'ਚ ਖੁਦਕੁਸ਼ੀ ਭੁੱਖ ਨਾਲ ਹੋਈ ਹੁੰਦੀ ਤੇ ਸਾਡੇ ਮੱਥੇ ਤੇ ਬੜਾ ਵੱਡਾ ਕਲੰਕ ਹੁੰਦਾ। ਉੱਥੇ ਹੋਰ ਲੋਕਾਂ ਦੀਆਂ ਮਜਬੂਰੀਆਂ ਨੇ, ਬੱਚਿਆਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ। ਲੋਕਾਂ ਨੇ ਵਿਆਜੀ ਪੈਸੇ ਫੜੇ ਹੁੰਦੇ ਨੇ ਛੋਟਾ ਆਪਣਾ ਕੰਮ ਕਰਨ ਲਈ। ਕੋਈ 8000 ਰੁਪਈਆ ਲੈ ਕੇ 100 ਰੁਪਈਆ ਰੋਜ਼ 100 ਦਿਨ ਮੋੜਦੇ ਨੇ, 10-10 ਹਜ਼ਾਰ ਰੁਪਈਆ ਮੋੜਨਾ ਪੈਂਦਾ। ਇਹੋ ਜਿਹੀਆਂ ਤੰਗੀਆਂ ਲੋਕਾਂ ਨੂੰ ਆ ਰਹੀਆਂ ਸੀ। ਅੱਜ ਮੈਂ ਇੱਥੇ ਵੀ ਜਾਣਾ ਜਿੱਥੇ ਖੁਦਕੁਸ਼ੀ ਹੋਈ ਸੀਗੀ, ਉਸ ਪਰਿਵਾਰ 'ਚ ਮੈਂ ਜ਼ਰੂਰ ਜਾਊਂਗਾ। ਤਾਂ ਜੋ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਸਾਰੇ ਇੱਕ ਦੂਜੇ ਦਾ ਸਾਥ ਦਿਓ, ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਨਜਿੱਠਿਆ ਜਾਵੇ। ਸਾਰਾ ਨਜਿੱਠ ਨਹੀਂ ਸਕਦੇ, ਮੈਂ ਨਹੀਂ ਕਹਿੰਦਾ ਮੈਂ ਇਕੱਲਾ ਕਿਸੇ ਦੀ ਮਦਦ ਕਰ ਸਕਦਾ। ਸਿੱਖ ਵੈਲਫੇਅਰ ਕਾਉਂਸਲ ਕਿਸੇ ਨੂੰ ਇਕੱਲੇ ਨੂੰ ਮਤਲਬ ਸਾਰੇ ਸ਼ਹਿਰ ਨੂੰ ਖਵਾ ਸਕਦੀ ਹੈ, ਲੋੜਾਂ ਪੂਰੀਆਂ ਕਰ ਸਕਦੀ ਹੈ। ਇੱਕ ਦੂਜੇ ਦਾ ਜਿਹੜਾ ਸਾਥ ਦੇਣਾ ਪਊਗਾ ਔਰ ਇੱਕ ਦੂਜੇ ਦੇ ਨਾਲ ਪਿਆਰ ਬਣਾ ਕੇ, ਬਿਨਾਂ ਕਿਸੇ ਧਰਮ ਤੋਂ, ਜਾਤ ਪਾਤ ਤੋਂ, ਮਤਲਬ ਊਚ ਨੀਚ ਤੋਂ, ਇੱਕ ਦੂਜੇ ਦੀ ਮਦਦ ਜਿਹੜੀ ਕਰਨੀ ਚਾਹੀਦੀ ਹੈ। ਜਿਹੜਾ ਵੀ ਬੰਦਾ ਜਿੰਨਾ ਸਮਰੱਥ ਹੈ, ਚਾਹੇ ਉਹ ਇੱਕ ਬੰਦੇ ਦੀ ਕਰੇ, ਚਾਹੇ 2 ਬੰਦਿਆਂ ਦੀ ਕਰੇ, ਇਸ ਦੌਰ ਦੇ ਵਿੱਚ ਇਹਨੂੰ ਦੁਨੀਆ ਦੇ ਵਿੱਚ ਇਹੀ ਤੁਹਾਡੇ ਚੰਗੇ ਕਰਮ ਨੇ। ਗੁਰਦੁਆਰੇ ਚਲੇ ਜਾਓ, ਮੰਦਿਰ ਚਲੇ ਜਾਓ। ਵੀਰ ਸਿੰਘ ਹੋਣਾ ਬੜਾ ਵਧੀਆ ਲਿਖਿਆ ਸੀਗਾ ਕਿ ਸੇਵਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੱਥਾ ਟੇਕਣ ਨਾਲੋਂ। ਮੈਂ ਫਿਰ ਕਹਿੰਦਾ ਕਿ ਇੱਕ ਦੂਜੇ ਦਾ ਸਾਥ ਦਿਓ। ਅੱਜ ਮੈਂ ਲੁਧਿਆਣੇ ਆਇਆ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਮਤਲਬ ਦੌਰ ਤੇ ਬੜਾ ਮੰਦਭਾਗਾ ਗੁਜ਼ਰ ਰਿਹਾ, ਪਰ ਇਹਨਾਂ ਦੇ ਉਪਰਾਲਿਆਂ ਕਰਕੇ ਜਿਹੜੀ ਮੈਨੂੰ ਖੁਸ਼ੀ ਹੋਈ ਹੈ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ, ਜਿੰਦੂ ਹੋਣਾ ਦਾ, ਵੀਰ ਸਿੰਘ ਹੋਣਾ ਦਾ, ਖਾਨ ਸਾਹਿਬ ਦਾ। ਜਿੱਦਾਂ ਦੇਖਿਆ ਯਾਰ ਫੇਸਬੁੱਕ ਤੇ, YouTube ਤੇ, ਤੁਸੀਂ ਸੋਸ਼ਲ ਮੀਡੀਆ ਤੇ ਛਾਏ ਪਏ ਹੋਏ ਹੋ, ਲੇਕਿਨ ਕੁਝ ਲੋਕ ਤੁਹਾਡੀਆਂ ਸੱਚਾਈਆਂ ਨੂੰ ਦੇਖ ਕੇ ਤੇ ਲੋਕ ਤੁਹਾਨੂੰ ਚੈਲੰਜ ਵੀ ਕਰਦੇ, ਉਹਨਾਂ ਦਾ ਜਵਾਬ ਦੇ ਕਿੱਦਾਂ ਦੋਗੇ? ਜਿਹੜਾ ਬੰਦਾ ਸੱਚ ਬੋਲਦਾ ਜੀ ਉਹਨੇ ਛਾਉਣਾ ਹੀ ਛਾਉਣਾ। ਤੁਸੀਂ ਵੀ ਬੋਲ ਲਓ, ਕੋਈ ਵੀ ਬੋਲ ਲੇ। ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਦੀ ਕਿਸੇ ਗੱਲ ਦਾ ਮਤਲਬ ਸਵਾਲ ਦਾ ਜਵਾਬ ਦਿੱਤੇ ਬਿਨਾਂ ਰਹਿ ਨਹੀਂ ਸਕਦਾ। ਮੇਰਾ ਓਪਨ ਚੈਲੰਜ ਹੈ, ਵਾਹ 'ਚ ਗੱਲਾਂ ਕਰੀ ਜਾਓ। ਮੇਰਾ ਬਾਦਲ ਸਾਹਿਬ ਪੈਨ ਚੁੱਕ ਕੇ ਲੈ ਗਏ ਸੀ, ਮੇਰਾ ਮੋਦੀ ਪੈਸੇ ਕੱਢ ਕੇ ਲੈ ਗਿਆ, ਕੋਈ ਇੱਕ ਪ੍ਰੂਫ ਮੇਰੇ ਖਿਲਾਫ ਲੈ ਕੇ ਆਵੇ। ਮੈਂ ਨਹੀਂ ਕਹਿੰਦਾ ਕਿ ਮੈਂ ਰੱਬ ਆ, ਮੈਂ ਕੋਈ ਬਾਬੇ ਨਾਨਕ ਹੋਣਾ ਦਾ ਬੇਟਾ ਵਾਂ। ਜ਼ਿੰਦਗੀ 'ਚ ਜੇ ਗਲਤੀਆਂ ਹੋਈਆਂ ਵੀ ਹੋਣਗੀਆਂ, ਕੋਈ ਇੱਕ ਪ੍ਰੂਫ ਮੈਨੂੰ ਮੇਰੀ ਜ਼ਿੰਦਗੀ 'ਚ ਦਵੇ ਤੇ ਮੈਂ ਸੰਗਤ ਦੇ ਸਾਹਮਣੇ, ਕੈਮਰੇ ਦੇ ਸਾਹਮਣੇ ਕਹੂੰਗਾ ਕਿ ਮੈਂ ਗਲਤੀ ਕੀਤੀ ਹੈ, ਮੈਨੂੰ ਸੰਗਤ ਨੇ ਮਾਫ ਕਰਨਾ ਕਰ ਦੇਵੇ। ਊਲ ਜਲੂਲ ਗੱਲਾਂ ਦੇ ਮੈਂ ਕੀ ਜਵਾਬ ਦਊਂਗਾ? ਉਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਕੋਈ ਸਿੰਗਲ ਮੀਡੀਆ ਨੂੰ ਮੈਂ ਕਹਿੰਦਾ, ਜੇ ਕੋਈ ਮੀਡੀਆ ਦੇ ਵਿੱਚ ਆਉਂਦਾ ਤੈਨੂੰ ਕੋਈ ਸਿੰਗਲ ਪ੍ਰੂਫ ਤੇ ਲੈ ਕੇ ਆਵੇ। ਮੈਂ ਜਿੰਨੀਆਂ ਗੱਲਾਂ ਲੈ ਕੇ ਆਉਣਾ, ਮੇਰੀ ਇੱਕ ਵੀ ਗੱਲ ਬਿਨਾਂ ਪ੍ਰੂਫ ਤੋਂ ਹੋਵੇ ਤੇ ਮੈਂ ਉਸੇ ਦਿਨ ਆਪਣੇ ਘਰ ਪੈ ਜਾਊਂਗਾ। ਤੇ ਜਿੱਦਾਂ ਦੇਖਿਆ ਹੋਵੇ ਪ੍ਰਵਾਸੀ ਲੋਕ ਜਾ ਰਹੇ, ਇੰਡਸਟਰੀ ਬਿਲਕੁਲ ਪੰਜਾਬ ਦੀ ਜਿਹੜੀ ਹੈਗੀ ਬਿਲਕੁਲ ਕਿਤੇ ਜਾ ਰਹੀ ਹੈ। ਦੇਖੋ ਜੀ, ਮੈਂ ਇੱਕ ਦਿਨ ਅੱਗੇ ਵੀ ਬੋਲਿਆ ਸੀਗਾ ਕਿ ਪੰਜਾਬ ਦਾ ਯੂਥ ਜਿਹੜਾ ਉਹ ਬਾਹਰ ਜਾ ਚੁੱਕਾ ਹੈ। ਜਿੰਨੇ ਪੜ੍ਹੇ ਲਿਖੇ ਲੋਕ ਨੇ, ਬੱਚੇ ਇੱਥੇ ਰਹਿਣਾ ਹੀ ਨਹੀਂ ਪਸੰਦ ਕਰਦੇ। ਤੁਸੀਂ 20-25 ਸਾਲ ਪਹਿਲਾਂ ਜਾਓ, ਉਦੋਂ ਬੱਚਾ ਉਹ ਬਾਹਰ ਜਾਂਦਾ ਸੀ ਜਿਹਦੇ ਕੋਲ ਇੱਥੇ ਸਕੋਪ ਕੋਈ ਨਹੀਂ ਸੀ ਹੁੰਦਾ। ਅੱਜ ਦੀ ਤਰੀਕ 'ਚ ਜਿਸ ਬੰਦੇ ਕੋਲ 1000 ਕਰੋੜ ਰੁਪਏ ਦੀ ਟਰਨਓਵਰ ਹੈ, ਉਹ ਵੀ ਆਪਣੇ ਬੱਚੇ ਨੂੰ ਬਾਹਰ ਸੈੱਟ ਕਰਦਾ। ਨੌਜਵਾਨ ਸਾਡਾ ਪੜ੍ਹਿਆ ਲਿਖਿਆ ਬਾਹਰ ਚਲੇ ਗਿਆ, ਪ੍ਰਵਾਸੀਆਂ ਨੇ ਬਾਹਰ ਚਲੇ ਜਾਣਾ ਤੇ ਇਸ ਪੰਜਾਬ ਨੂੰ ਚਲਾਉਣਾ ਕਿੰਨੇ ਆ? ਇਹ ਬੀਆ ਬਾਨ ਹੋ ਜਾਊਗਾ। ਇੱਥੇ ਕੋਈ ਕੰਮ ਨਹੀਂ ਹੋਊਗਾ, ਇੱਥੇ ਕੁਝ ਨਹੀਂ ਹੋਊਗਾ। ਅੱਗੇ ਹੀ ਡੁੱਬੇ ਪਏ ਆ ਵੱਖਰੀਆਂ ਮਾਰਾਂ ਦੇ ਨਾਲ, ਕੋਈ ਨਸ਼ਿਆਂ ਨਾਲ ਕਹ ਲਓ, ਕੋਈ ਕਿਸੇ ਤਰੀਕੇ ਦੀਆਂ ਵੀ ਕਰੋਪੀਆਂ ਨਾਲ, ਕਰਪਸ਼ਨ ਦੇ ਨਾਲ। ਜੇ ਕਾਮੇ ਵੀ ਚਲੇ ਗਏ, ਪੜ੍ਹੇ ਲਿਖੇ ਵੀ ਚਲੇ ਗਏ, ਤੇ ਫਿਰ ਮੇਰਾ ਨਹੀਂ ਖਿਆਲ ਹੈ ਪੰਜਾਬ ਕੋ ਬਹੁਤਾ ਚਿਰ ਜੀ ਸਕੂਗਾ ਜਾਂ ਤਰੱਕੀ ਕਰ ਸਕੂਗਾ। ਸਰ, ਜਿਹੜੇ ਨਿਵਾਸੀ ਆ ਉਹਨਾਂ ਨੂੰ ਬਿਜਲੀ ਦੇ ਬਿੱਲ ਨਹੀਂ ਦੇ ਪਾ ਰਹੇ ਤੇ ਆਪਣਾ ਕੁਝ ਸਕੂਲ ਫੀਸ ਨੂੰ ਵੀ ਲੈ ਕੇ ਆ ਕਿ ਟਿਊਸ਼ਨ ਫੀਸ ਲਿੱਤੀ ਜਾਣਗੀਆਂ ਹੁਣ ਆਨਲਾਈਨ ਕਰਕੇ, ਤੇ ਉਹਦੇ ਵਿੱਚ ਕੀ ਹੈ? ਗਰਾਊਂਡ ਲੈਵਲ ਤੇ ਸਰਕਾਰ ਵੱਲੋਂ ਕੰਮ ਨਹੀਂ ਕੀਤਾ ਗਿਆ ਜੀ। ਗਰਾਊਂਡ ਲੈਵਲ ਤੇ ਇਹੋ ਜਿਹੇ ਐਨਜੀਓਜ਼, ਮੇਰਾ ਕੋਈ ਐਨਜੀਓ ਨਹੀਂ ਚੱਲਦਾ ਵੈਸੇ, ਐਨਜੀਓਜ਼ ਦੇ ਨਾਲ ਸੰਪਰਕ ਕਰਦੇ, ਲੋਕਾਂ ਦੇ ਜ਼ਮੀਨੀ ਹਾਲਾਤ ਦੇਖਦੇ। ਸਰਕਾਰ ਨੇ ਕਹਿ ਦਿੱਤਾ ਸੀ ਕਿਰਾਇਆ ਨਾ ਲਓ ਇੱਕ ਦੂਜੇ ਤੋਂ, ਪ੍ਰਾਈਵੇਟ ਸੈਕਟਰ ਵਾਲੇ ਇੱਕ ਦੂਜੇ ਨੂੰ ਤਨਖਾਹਾਂ ਦੇਣ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ। ਮੈਂ ਸਰਕਾਰ ਨੂੰ 2-3 ਐਗਜ਼ਾਮਪਲਸ ਦਿੱਤੀਆਂ ਸੀਗੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਮੰਨ ਲਓ ਮੈਂ ਬਜ਼ੁਰਗ ਹਾਂ, ਮੇਰੇ ਘਰ ਦਾ ਇੱਕ ਪੋਰਸ਼ਨ ਮੈਂ ਕਿਰਾਏ ਤੇ ਦਿੱਤਾ ਹੋਇਆ, ਮੇਰਾ ਕੋਈ ਸਾਧਨ ਹੀ ਨਹੀਂ ਹੈਗਾ, ਮੇਰੇ ਕੋਲ ਰੋਟੀ ਨਹੀਂ ਹੈਗੀ, ਮੇਰੇ ਕੋਲ ਦਵਾਈ ਨਹੀਂ ਹੈਗੀ, ਤੇ ਮੈਂ ਕਿਰਾਇਆ ਵੀ ਬੰਦ ਕਰ ਦੂੰਗਾ ਤੇ ਮੈਂ ਭੁੱਖੇ ਥੋੜੀ ਮਰ ਜਾਣਾ। ਮੇਰੀ ਰੋਜੀ ਰੋਟੀ ਦਾ ਪ੍ਰਬੰਧ ਕਰੋ, ਮੈਂ ਕਿਰਾਇਆ ਨਹੀਂ ਲਊਂਗਾ।
ਪ੍ਰਾਈਵੇਟ ਸੈਕਟਰ ਨੇ ਜਿੱਥੇ 15 ਦਿਨ 20 ਦਿਨ ਲਾਕਡਾਊਨ ਸੀਗਾ ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਤਨਖਾਹਾਂ ਦਿੱਤੀਆਂ, ਪਰ ਪ੍ਰਾਈਵੇਟ ਸੈਕਟਰ ਦੇ ਵੀ ਕਿਤੇ ਨਾ ਕਿਤੇ ਹੱਥ ਖੜੇ ਨੇ। ਕਰੋੜਾਂ ਦੇ ਲੋਨ ਨੇ ਉਹਨਾਂ ਤੇ, ਲੱਖਾਂ ਦੇ ਕਰਜ਼ੇ ਨੇ ਉਹਨਾਂ ਦੇ। ਕਿੰਨੀ ਕੁ ਦੇਰ ਉਹ ਦੇ ਸਕਦੇ ਸੀ? ਲੋਕਾਂ ਕੋਲੋਂ ਮੱਤ ਮੰਗਦੇ ਨੇ ਕਿ ਤੁਸੀਂ ਸਾਰਾ ਕੁਝ ਕਰੋ। ਆਪ ਸਰਕਾਰ ਨੇ ਕੀ ਕੀਤਾ? ਆਪ ਸਰਕਾਰ ਤੇ ਬਿਜਲੀ ਦੇ ਬਿੱਲ ਤੱਕ ਮਾਫ ਨਹੀਂ ਕਰ ਸਕੀ। ਇਹ ਆਪਣਾ ਇਹਨਾਂ ਦਾ ਕੀ ਯੋਗਦਾਨ ਹੈ ਇਹਦੇ ਵਿੱਚ? ਇਹਦੇ ਤੇ ਮੈਂ ਇਹ ਕਹੂੰਗਾ, ਨਾ ਨੁਸਖਾ ਨਾ ਦਵਾ ਦੇਤੇ ਹੈ, ਬਸ ਪਰਹੇਜ਼ ਬਤਾ ਦੇਤੇ ਹੈ ਵੀ ਤੁਸੀਂ ਆਪੋ ਆਪ ਹੀ ਸਾਰ ਲਓ, ਸਾਡੇ ਕੋਲ ਤੇ ਕੁਝ ਹੈਗਾ ਨਹੀਂ। ਤੇ ਜਿਹੜੇ ਬੀਤੇ ਦਿਨ ਜੀ ਅੰਮ੍ਰਿਤਸਰ ਦੇ ਵਿੱਚ ਗੱਡੀ ਨੂੰ ਅੱਗ ਲਾਈ ਗਈ ਹੈ, ਨੂਰ ਮਹਿਲ ਨੂੰ ਕਹਿ ਗਏ ਕਿ ਪੱਤਰ ਉੱਥੋਂ ਮਿਲਿਆ ਵਾ, ਨੂਰ ਮਹਿਲ ਦੇ ਬਾਬੇ ਨੂੰ ਕੱਢ ਕੇ ਸਾੜਿਆ ਜਾਵੇ। ਤੇ ਉੱਥੇ ਕੀ ਮੈਨੂੰ ਇਹ ਕੋਟ ਰੋਮ ਹੋਵੇ ਸਭ ਹੀ ਸਰੀਰ ਕੇ, ਇੱਕ ਇੱਕ ਰੋਮ ਵਿੱਚ ਕੋਟ ਸੀਸ ਹੋਵੇ, ਕੋਟ ਸੀਸ ਵਿੱਚ ਕੁਝ ਵੀ ਹੋ ਗਿਆ ਹੈ ਜਿਹੜਾ ਆਪਣੇ ਸ਼ਹਿਰ ਦੀ ਗੱਲ ਡਟ ਕੇ ਕਰੇ, ਹਰ ਗੱਲ ਤੇ ਪਹਿਰਾ ਦੇਵੇ, ਮਾੜੇ ਨੂੰ ਮਾੜਾ। ਜੇ ਰਾਜੇ ਬਾਬਰ ਨੂੰ ਤੂੰ ਜਾਬਰ ਕਹਿਣਾ ਸਿਖਾਇਆ ਤੇ ਸਾਡੇ ਵੀ ਕੋਈ ਕਵੇ ਵੀ ਤੂੰ ਜਾਬਰ, ਵੀ ਏਦਾਂ ਦਾ ਕਨਸੈਪਟ ਸਾਡੇ ਵੀ ਚੱਲੇ। ਸੋ ਵੀਰਾਂ ਨਾਲ ਵਿਚਾਰ ਕਰਦੇ ਆ, ਸਬਜ਼ੀਆਂ ਦੀ ਸੇਵਾ ਸ਼ੁਰੂ ਕੀਤੀ, ਸਬਜ਼ੀਆਂ ਦੀ ਬਲੈਕ ਮਾਰਕੀਟਿੰਗ ਚੱਲ ਰਹੀ ਸੀ। ਅਸੀਂ ਕਿ ਯਾਰ ਇਹਨੂੰ ਨੱਥ ਕਿਵੇਂ ਪਾਈਏ? ਸਰਕਾਰਾਂ ਦੀ ਗੱਲ ਕਰੀਏ, ਮੇਰੇ ਤੋਂ ਵੱਧ ਮੰਨਾ ਵੀ ਦੱਸਦਾ ਸਰਕਾਰਾਂ ਦੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਮੁੱਚੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਉਪਰਾਲਾ ਕੀਤਾ ਗਿਆ, ਦੇਖੋ ਮੈਂ ਅੱਗੇ ਵੀ ਕਿਹਾ ਕਿ ਸ਼ੁਰੂਆਤ ਕਰਨ ਦੀ ਲੋੜ ਹੁੰਦੀ ਹੈ। ਤੁਹਾਡੀ ਸੋਚ ਨਾਲ ਲੋਕ ਮਿਲਦੇ ਜਾਂਦੇ ਨੇ। ਜੇ 54 ਦਿਨ ਪਹਿਲਾਂ ਕੋਈ ਰਾਸ਼ਨ ਦਾ ਬੰਦੋਬਸਤ ਨਾਲ ਰਾਸ਼ਨ ਦੀ ਸੇਵਾ ਕੀਤੀ ਗਈ ਸੀ, ਤੇ ਮੈਂ ਨਹੀਂ ਕਹਿੰਦਾ ਕਿ ਉਹ ਮਨਦੀਪ ਸਿੰਘ ਮਾਝੇ ਨੇ ਸ਼ੁਰੂਆਤ ਕੀਤੀ ਸੀ। ਕਰਾਉਂਦਾ ਪਰਮਾਤਮਾ ਨੇ ਸਿਹਰਾ ਕਿਉਂ ਪਾਉਣਾ ਹੁੰਦਾ, ਬੰਦਾ ਕੁਝ ਨਹੀਂ ਕਰ ਸਕਦਾ। ਮੇਰਾ ਇੰਨੇ ਪੱਲੇ ਨਹੀਂ ਕਿ ਮੈਂ ਕਿਸੇ ਸਾਰੇ ਸ਼ਹਿਰ ਨੂੰ ਰੋਟੀ ਖਵਾ ਸਕਾਂ, ਇੱਕ ਪਿੰਡ ਨੂੰ ਨਹੀਂ ਖਵਾ ਸਕਦਾ। ਅੱਜ ਵੀ ਮੈਂ ਇੱਕ ਸਵਾਲ ਦਾ ਜਵਾਬ ਦਿੱਤਾ ਸੀਗਾ ਕਿ ਕਿਸੇ ਪੱਤਰਕਾਰ ਵੀਰ ਨੇ ਪੁੱਛਿਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਮੋਦੀ ਖਾਨੇ ਨੇ ਹੋਰ ਜ਼ਿਲ੍ਹਿਆਂ 'ਚ ਵੀ ਖੋਲੇ ਜਾਣਗੇ। ਦੇਖੋ, ਇੱਕ ਬੰਦਾ ਸਾਰੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ। ਨਿਆਣਿਆਂ ਨੂੰ ਕੁੱਟਦੇ ਰਹਿਣਗੇ, ਇਹ ਸਮਾਜ ਨਹੀਂ ਸੁਧਰ ਸਕਦਾ। ਇਹਦੇ ਨਾਲ ਸਿਆਸਤ ਦਾ ਹਿੱਸਾ ਬਣੋ। ਤੁਸੀਂ ਲੰਗਰ ਵੰਡਦੇ ਰਹਿ ਜਾਣਾ, ਤੁਸੀਂ ਦਵਾਈਆਂ ਵੰਡਦੇ ਰਹਿ ਜਾਣਾ, ਜਦੋਂ ਵੋਟਾਂ ਆਉਣੀਆਂ ਕਿਸੇ ਹੋਰ ਨੇ ਲੈ ਜਾਣੀਆਂ ਨੇ। ਮੈਂ ਨਹੀਂ ਕਹਿੰਦਾ ਮੈਂ ਇਲੈਕਸ਼ਨ ਲੜਨੀ, ਮੇਰੇ ਕੋਲ ਕੋਈ ਮਕਸਦ ਨਹੀਂ। ਮੈਂ ਪੰਜਾਬ 'ਚ ਪਾਰਟੀ ਨਹੀਂ ਚਲਾ ਸਕਦਾ, ਮੇਰੇ ਇੰਨੇ ਸਾਧਨ ਜਾਂ ਮੇਰੇ ਕੋਲ ਇੰਨਾ ਨਹੀਂ, ਮਤਲਬ ਮੈਂ ਪਾਰਟੀ ਖੜੀ ਕਰਾਂ ਇੱਕ ਇਹੋ ਜਿਹਾ ਨਹੀਂ। ਮੈਂ ਆਪਣਾ ਤਿਲ ਫੁੱਲ ਭੇਟਾ ਪਾ ਸਕਦਾ ਵਾਂ, ਉਹ ਮੈਂ ਪਾ ਰਿਹਾ। ਜਿੱਥੇ ਕਿਤੇ ਵੀ ਆਵਾਜ਼ ਚੁੱਕਣ ਦੀ ਲੋੜ ਹੈ, ਜਿੰਨਾ ਚਿਰ ਤੁਸੀਂ ਲੋਕਾਂ ਨੇ ਸਿਆਸਤ ਦਾ ਹਿੱਸਾ ਨਹੀਂ ਬਣਨਾ, ਇਹਨਾਂ ਲੋਕਾਂ ਨੇ ਤੁਹਾਨੂੰ ਤੰਗ ਕਰਨਾ। ਮੈਂ ਇੱਕ ਦਫ਼ਤਰ 'ਚ ਗਿਆ, ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਨਹਿਰੀ ਦਫ਼ਤਰ ਹੈ, ਬਹੁਤ ਮਹਿੰਗਾ ਹੈ, ਹੁਣ ਅਰਬਾਂ ਰੁਪਈਆਂ ਦੇ ਵਿੱਚ ਵਿਕੂਗਾ। ਉਹ ਦਫ਼ਤਰ ਨੂੰ ਢਾਹ ਦਿੱਤਾ ਗਿਆ, ਪ੍ਰਾਈਵੇਟ ਨੂੰ ਅਜੇ ਵੇਚਣ ਦੀ ਤਿਆਰੀ ਕਰ ਲਈ ਹੈ। ਤੇ ਮੈਂ ਸਟਾਫ ਨੂੰ ਪੁੱਛਿਆ, ਮੈਂ ਕਿਹਾ ਨਵਾਂ ਦਫ਼ਤਰ ਕਿੱਥੇ ਬਣਿਆ ਯਾਰ ਤੁਹਾਡਾ? ਉਹ ਮੈਨੂੰ ਕਹਿੰਦੇ ਜੀ ਨਵਾਂ ਮਿਲਿਆ ਨਹੀਂ, ਆਓ ਤੁਹਾਨੂੰ ਵਿਖਾਈਏ। ਪੁਰਾਣੇ ਦਫ਼ਤਰ 'ਚ ਵੇਚਦੇ ਕਿਤੋਂ ਇੱਟ ਡਿੱਗ ਰਹੀ ਹੈ, ਕਿਤੋਂ ਬਾਲਾ ਡਿੱਗ ਰਿਹਾ। ਤੇ ਮੈਂ ਕਿਹਾ ਯਾਰ ਤੁਹਾਡੀ 4-5 ਹਜ਼ਾਰ ਬੰਦੇ ਦੀ ਸਟਰੈਂਥ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ, ਕਿਉਂ ਨਹੀਂ ਆਪਣੇ ਹੱਕ ਮੰਗਦੇ? ਤੁਹਾਡਾ ਦਫ਼ਤਰ ਤੱਕ ਵੇਚਦੇ ਲੱਗੇ ਨੇ। ਨਹੀਂ ਭਾਜੀ, ਪਰਚਾ ਦੇ ਦੇਣਗੇ, ਬਦਲੀ ਕਰ ਦੇਣਗੇ। ਇੱਕ ਗੱਲ ਮੇਰੀ ਯਾਦ ਰੱਖੋ, ਤੁਸੀਂ ਜਿੰਨੇ ਲੋਕ ਇੱਥੇ ਬੈਠੇ ਹੋ, ਨੌਜਵਾਨ ਬੈਠੇ ਹੋ, ਸਾਡੇ ਮਤਲਬ ਸਾਡੇ ਨੂੰ ਵੱਡੇ ਬੈਠੇ ਹੋ, ਇੱਕ ਪੀੜ੍ਹੀ ਨੂੰ ਪੰਜਾਬ ਦੀ ਕੁਰਬਾਨੀ ਦੇਣੀ ਪੈਣੀ। ਨਹੀਂ ਤੇ ਇੱਕ ਗੱਲ ਯਾਦ ਰੱਖਣਾ ਮੇਰੀ, ਜਿਸ ਤਰ੍ਹਾਂ ਤੁਸੀਂ ਲੀਡਰਾਂ ਦੀਆਂ ਗੁਲਾਮੀਆਂ ਕਰਦੇ ਹੋ ਨਾ, ਨਿਕਲ ਕੱਲ ਪਰਚੇ ਕਰਾਉਣ ਲਈ ਵੀ ਤੁਸੀਂ ਭੱਜੇ ਫਿਰਦੇ ਰਹੇ, ਜਿੱਦਾਂ ਹੁਣ ਤੁਸੀਂ ਗੁਲਾਮੀਆਂ ਕਰਦੇ ਹੋ, ਲੀਡਰਾਂ ਦਾ ਮੂੰਹ ਵੇਖਦੇ ਹੋ, ਤੁਹਾਡੇ ਬੱਚੇ ਵੀ ਇਹਨਾਂ ਲੋਕਾਂ ਦੇ ਮਤਲਬ ਪੈਰਾਂ 'ਚ ਬਹਿੰਦੇ ਫਿਰਨਗੇ। ਅੱਗੋਂ ਇਹ ਹੋਰ ਜਿਹੜਾ ਕੰਮ ਘਟੀਆ ਹੋ ਜਾਊਗਾ। ਆਪਣੀ ਪੀੜ੍ਹੀ ਨੂੰ ਬਚਾਉਣ ਲਈ, ਆਪਣੇ ਸਮਾਜ ਨੂੰ ਬਚਾਉਣ ਲਈ, ਆਪਣੇ ਧਰਮ ਨੂੰ ਬਚਾਉਣ ਲਈ ਤੁਹਾਨੂੰ ਸਿਆਸਤ 'ਚ ਆਉਣਾ ਪਊਗਾ। ਭਾਈ ਸਾਹਿਬ, ਭਾਈ ਮਨਪ੍ਰੀਤ ਸਿੰਘ ਜੀ ਦੱਸ ਰਹੇ ਸੀਗੇ ਕਿ ਜਿਵੇਂ ਇਹਨਾਂ ਦੇ ਮਨ 'ਚ ਸ਼ਰਧਾ, ਤੁਸੀਂ ਦੱਸਿਆ ਕਿ ਸਾਨੂੰ ਦਸਵੰਧ ਕੱਢ ਕੇ ਦਿੰਦੇ ਨੇ, 5 ਪਿਆਰੇ ਨੇ ਅਸਤੀਫਾ ਦਿੱਤਾ ਸੀ। ਇਹ ਰਾਸ਼ਨ ਪਕਾ ਕੇ ਲੋਕਾਂ ਨੂੰ ਚੌਕ 'ਚ ਸਾਦੇ ਸੀ। ਕਿਉਂ ਭਾਈ ਸਾਹਿਬ ਸਾਦੇ ਸੀ? ਚੌਕਾਂ ਦੇ ਵਿੱਚ ਸਾਧ ਕੇ 3 ਟਾਈਮ ਰੋਟੀ ਦਿੰਦੇ ਸੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਸੁੱਕੀ ਰਸ ਦੋ ਜਿਹਨੂੰ ਦੇਣੀ ਹੈ। ਬੰਦਾ ਸਵੇਰੇ ਤੱਕ ਕੋ ਰੋਟੀ ਲੈਣ ਆਉਂਦਿਆ, ਦੁਪਹਿਰੇ ਫੇਰ ਆਉਂਦਾ, ਸ਼ਾਮ ਨੂੰ ਫੇਰ ਆਉਂਦਾ। ਇਸ ਤੋਂ ਵੱਧ ਕਿਸੇ ਨੂੰ ਜਲੀਲ ਕੀ ਕਰੋਗੇ? ਜਾਂ ਤੁਸੀਂ ਪਰਿਵਾਰਾਂ ਦੀ ਜ਼ਿੰਮੇਵਾਰੀ ਲਓ ਕਿ ਆਹ 1000 ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਰੋਟੀ ਖਵਾਉਗੀ, ਇਹਦੇ ਘਰ ਸਵੇਰੇ ਵੀ ਰੋਟੀ ਦੇ ਕੇ ਜਾਈ ਜਾਊਗੀ, ਦੁਪਹਿਰੇ ਵੀ ਦਿੱਤੀ ਜਾਊਗੀ, ਸ਼ਾਮ ਨੂੰ ਵੀ ਦਿੱਤੀ ਜਾਊਗੀ। ਇਹ ਕੀ ਹੈ? ਕਿੱਥੇ ਗਿਆ ਪੈਸਾ? ਹੁਣ ਮੈਂ ਮਤਲਬ ਮੰਚ ਨਹੀਂ ਹੈ ਇੱਥੇ ਬੋਲਣ ਵਾਲਾ,
ਮੇਰੇ ਕੋਲ ਫੋਨ 'ਚ ਇਹੋ ਜਿਹੇ ਬੰਦਿਆਂ ਦੀ ਲਿਸਟ ਹੈ ਜਿਹੜੇ ਸਾਡੇ ਕੌਮ ਦੀ ਗਵਾਹੀ ਕਰਦੇ ਆ। ਉਹਨਾਂ ਦੀਆਂ ਟਰਾਂਸਪੋਰਟਾਂ ਦੇ ਡਰਾਈਵਰਾਂ ਤੱਕ ਨੇ ਮੈਨੂੰ ਆਪਣੀ ਲਿਸਟ ਭੇਜੀ ਹੈ ਕਿ ਭਾਈ ਸਾਨੂੰ ਰਾਸ਼ਨ ਭੇਜ ਦਿਓ। ਸ਼੍ਰੋਮਣੀ ਕਮੇਟੀ ਹਰਿਮੰਦਰ ਸਾਹਿਬ ਦੇ ਪਾਠੀਆਂ ਦੀ ਲਿਸਟ ਮੇਰੇ ਫੋਨ 'ਚ ਉਹਨਾਂ ਵੀਡੀਓ ਤੱਕ ਪਾਈ ਕਿ ਸਾਡੇ ਘਰ ਲੰਗਰ ਨਹੀਂ ਹੈਗਾ ਤੇ ਬਾਹਰ ਲੋਕਾਂ ਨੂੰ ਸੜਕਾਂ ਤੇ ਰੋਟੀ ਖਵਾਉਂਦੇ ਫਿਰਦੇ ਨੇ। ਇਹਨਾਂ ਚੀਜ਼ਾਂ ਦੀ ਗਵਾਹੀ ਸਿਆਸਤ ਦੇ ਨਾਲ ਨਾਲ ਤੁਹਾਨੂੰ ਲੋਕਾਂ ਨੂੰ ਕਰਨੀ ਪੈਣੀ। ਇਹ ਹੱਲ ਹੈ, ਨਹੀਂ ਤੇ ਬੰਦੇ ਅੱਗੇ ਕਈ ਬੋਲ ਕੇ ਚਲੇ ਗਏ। ਮੈਨੂੰ ਇੱਕ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ ਸਾਹਮਣੇ ਬਿਠਾ ਕੇ, ਉਹਨਾਂ ਨੂੰ ਕੋਈ ਕੰਮ ਸੀਗਾ ਮੇਰੇ ਨਾਲ। ਦੇਖੋ ਡਿਬੇਟ ਕਰਨੀ, ਕਿਸੇ ਗੱਲ ਦੇ ਉੱਤੇ ਆਪਣੀ ਗੱਲ ਰੱਖਣੀ, ਜੇ ਮੈਨੂੰ ਹੱਕ ਹੈ ਤੇ ਉਸ ਬੰਦੇ ਨੂੰ ਨਹੀਂ ਹੈਗਾ। ਉਹਨਾਂ ਦਾ ਕੋਈ ਕੰਮ ਸੀਗਾ, ਮੈਨੂੰ ਕਹਿੰਦੇ ਜੀ ਇਹਦੇ ਉੱਤੇ ਤੁਹਾਡੇ ਚਰਚਾ ਤੁਹਾਡੇ ਨਾਲ ਕਰਨੀ ਹੈ ਤੇ ਗੱਲ ਚੱਲ ਪਈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੈਪਟਨ ਸਾਹਿਬ ਮੈਂ ਤੁਹਾਨੂੰ ਨਾ ਨਹੀਂ ਕਰ ਸਕਦਾ, ਕੋਈ ਗੱਲ ਨਹੀਂ, ਮੈਂ ਇਹਦੇ ਤੇ ਵੀ ਤੁਹਾਨੂੰ ਹੱਲ ਕਰਕੇ ਦੱਸੂਗਾ, ਕਿਉਂਕਿ ਮੈਂ ਪੰਜਾਬ ਆਇਆ ਤੇ ਕਿੰਨਾ ਕਿੱਥੇ ਚਲੇ ਗਿਆ। ਕੀ ਕਹਿੰਦਾ ਤੁਸੀਂ ਵੰਡ ਸਕਦੇ ਹੋ ਸਾਰੇ ਲੁਧਿਆਣੇ ਨੂੰ ਰਾਸ਼ਨ? ਇਹਨਾਂ ਚੀਜ਼ਾਂ ਲਈ ਵੀ ਸਾਥ ਦਿਓ, ਰਾਜਨੀਤੀ ਦਾ ਹਿੱਸਾ ਬਣੋ। ਇਹ ਹੱਲ ਹੈ ਤੇ ਰਾਜਨੀਤੀ ਸਭ ਤੋਂ ਸੌਖੀ ਹੈ। ਤੁਸੀਂ ਇੱਕ ਚਪੜਾਸੀ ਦੀ ਨੌਕਰੀ ਲੈਣੀ ਹੋਵੇ ਨਾ ਤੇ 4 ਟੈਸਟ ਹੁੰਦੇ ਆ ਤੁਹਾਡਾ ਮੈਡੀਕਲ, ਤੁਹਾਡਾ ਫਿਜ਼ੀਕਲ, ਤੁਹਾਡਾ ਐਜੂਕੇਸ਼ਨ ਟੈਸਟ, ਤੁਹਾਡਾ ਮੈਂਟਲੀ ਟੈਸਟ। ਤੇ ਜੇ ਕਿਸੇ ਨੇ ਰਾਜਨੀਤੀ ਕਰਨੀ ਹੈ ਜਿਸ ਤੇ ਨਾ ਉਮਰ ਵੇਖੀ ਜਾਂਦੀ ਹੈ ਨਾ ਟੈਸਟ ਵੇਖਿਆ ਜਾਂਦਾ, ਪਤਾ ਨਹੀਂ ਕਿਹੜੀ ਬਿਮਾਰੀ ਲੱਗੀ ਹੋਵੇ ਤੇ ਤੀਜੇ ਦਿਨ ਨਹੀਂ ਮਾਰਨਾ ਕਦੀ ਕਿਸੇ ਦਾ ਸਰਟੀਫਿਕੇਟ ਚੈੱਕ ਹੋਇਆ ਮੈਡੀਕਲ ਦਾ। ਤੇ ਜੇ ਰਾਜਨੀਤੀ ਏਡੀ ਸੌਖੀ ਹੈ, ਇਹਦਾ ਹਿੱਸਾ ਕਿਉਂ ਨਹੀਂ ਬਣਦੇ? ਮੈਂ ਨੌਜਵਾਨਾਂ ਨੂੰ ਅਪੀਲ ਕਰਦਾ, ਚੌਂਕਾਂ 'ਚ ਟਾਈਮ ਪਾਸ ਕਰਦੇ ਹੋ, ਇੱਧਰ ਜਾਂਦੇ ਹੋ, ਨੇਤਾ ਬਣਨਾ ਕਿੰਨਾ ਔਖਾ ਹੈ ਯਾਰ। ਸਭ ਤੋਂ ਸੌਖਾ ਹੈ ਤੁਹਾਡੇ ਮਹੱਲੇ ਦੀਆਂ ਮੁਸ਼ਕਲਾਂ ਹੋਣ, ਤੁਹਾਡੇ ਪਿੰਡ ਦੀਆਂ ਮੁਸ਼ਕਲਾਂ ਹੋਣ, ਉਹਨਾਂ ਨੂੰ ਲੈ ਕੇ ਸੜਕਾਂ ਤੇ ਆਓ, ਲੋਕ ਤੁਹਾਨੂੰ ਆਪਣਾ ਨੇਤਾ ਮੰਨਣਗੇ। ਇੰਨਾ ਕੀ ਕੰਮ ਹੈ। ਔਰ ਹਰ ਪਿੰਡ ਦੇ ਵਿੱਚ ਸ਼ੁਰੂ ਹੋਣਾ ਚਾਹੀਦਾ, ਹਰ ਮਹੱਲੇ 'ਚ ਸ਼ੁਰੂ ਹੋਣਾ ਚਾਹੀਦਾ, ਹਰ ਸ਼ਹਿਰ 'ਚ ਸ਼ੁਰੂ ਹੋਣਾ ਚਾਹੀਦਾ। ਔਰ ਅੱਜ ਮੈਂ ਤੁਹਾਡੇ ਕੋਲ ਆਸ ਲੈ ਕੇ ਚੱਲਿਆ ਕਿ ਕੱਲਾ ਤੁਸੀਂ ਇਹ ਧਰਮ ਕਰਨ ਦੇ ਕੰਮ ਨਹੀਂ ਕਰੋਗੇ, ਇਸ ਸਮਾਜ ਨੂੰ ਸੇਧ ਦੇਣ ਵਾਲੇ, ਸਮਾਜ ਦੀ ਲੜਾਈ ਲੜਨ ਵਾਲੇ ਕੰਮ ਵੀ ਕਰੋਗੇ। ਜਿਹੜਾ ਉਪਰਾਲਾ ਤੁਸੀਂ ਅੱਜ ਕੀਤਾ, ਅੱਜ ਦੇ ਦਿਨ 'ਚ ਉਹਦੀ ਲੋੜ ਹੈ। ਜਿਸ ਦਿਨ ਤੋਂ ਇਹ ਕੰਮ ਚੱਲ ਜਾਣਗੇ, ਸਰਗਰਮ ਹੋ ਕੇ ਰਾਜਨੀਤੀ ਦਾ ਹਿੱਸਾ ਬਣੋ, ਆਪਣਾ ਯੋਗਦਾਨ ਪਾਓ। ਇਲੈਕਸ਼ਨ ਲੜਨੀ ਨਹੀਂ ਲੜਨੀ ਇੱਕ ਲਹਿਰਾ ਚੀਜ਼ਾਂ ਨੇ। ਸਿਆਸਤ ਦਾ ਜ਼ਰੂਰੀ ਨਹੀਂ ਐਮਐਲਏ ਬਣਨਾ, ਐਮਪੀ ਬਣਨਾ। ਹਰਕਿਸ਼ਨ ਸਿੰਘ ਸੁਰਜੀਤ ਸਾਰਾ ਇੰਡੀਆ ਚਲਾਉਂਦੇ ਨੇ, ਮੇਰੇ ਨਾਲ ਇਲੈਕਸ਼ਨ ਉਹਨਾਂ ਲੜੀ ਕੋਈ ਨਹੀਂ। ਟੌੜਾ ਸਾਹਿਬ ਨੇ ਬਹੁਤ ਘੱਟ ਇਲੈਕਸ਼ਨਾਂ ਲੜੀਆਂ ਨੇ। ਇਸ ਤਰੀਕੇ ਰਾਜਨੀਤੀ ਦਾ ਹਿੱਸਾ ਬਣੋ। ਆਪ ਨਹੀਂ ਲੜਨੀ, ਤੁਸੀਂ ਕਿਸੇ ਚੰਗੇ ਨੂੰ ਆਪਣੇ ਮੈਂਬਰ ਨੂੰ ਅੱਗੇ ਲਾਓ। ਮੈਂ ਫਿਰ ਕਹਿੰਦਾ ਇਹ ਲੋਕਾਂ ਨਾਲੋਂ ਵੱਧ ਥੋੜੀ ਨਾ ਲੀਡਰ ਕਿ ਬੜਾ ਵਧੀਆ ਕਿਸੇ ਨੇ ਲੋਕੀ ਗੱਲਾਂ ਲਿਖਣ ਵਾਲੇ ਲਿਖਦੇ ਨੇ ਕਿ ਬਰਾਤ ਜਿੰਨੀ ਮਰਜ਼ੀ ਵੱਡੀ ਹੋ ਜਾਏ ਉਹ ਪਿੰਡ ਤੋਂ ਵੱਡੀ ਨਹੀਂ ਹੁੰਦੀ। ਇਹ ਲੀਡਰ ਤੁਹਾਡਾ ਕੀ ਕਰ ਸਕਦੇ? ਆਜੋ ਸੜਕਾਂ ਦੇ ਉੱਤੇ ਮਾਰ-ਮਾਰ ਜੁੱਤੀਆਂ ਇਹਨਾਂ ਦਾ ਜਲੂਸ ਕੱਢ ਦੋ, ਕਿੰਨਾ ਕੁ ਖਾ ਲੈਣਗੇ ਕਿ 10ਵੀਂ ਗੱਲ ਮੈਂ ਇਹਨਾਂ ਨੂੰ ਬਚਾ ਸਕਦੇ ਨੇ? ਐਡੇ ਸਖਤ ਮੁਲਕ ਜਿੱਥੇ ਲੋਕਾਂ ਨੂੰ ਗੋਲੀ ਦੇ ਆਰਡਰ ਹੁੰਦੇ ਸੀ, ਮਿਸਰ ਲੀਬੀਆ ਦੇ, ਉਹਨਾਂ ਕੋਲ ਰਾਸ਼ਟਰਪਤੀ ਮਾਰ ਦਿੰਦੇ। ਮੰਤਰੀ ਐਮਐਲਏ ਕਿਹੜੇ ਬਾਗ ਦੀਆਂ ਗੋਲੀਆਂ ਨੇ? ਤੁਹਾਨੂੰ ਅੱਗੇ ਲੱਗਣਾ ਪੈਣਾ। ਕਿੰਨੇ ਬੰਦੇ ਮਾਰ ਦੇਣਗੇ? ਅੱਜ ਜਜ਼ਬਾ ਲੈ ਕੇ ਚੱਲੇ ਹੋ ਨਾ, ਗੋਲੀ ਦਾ ਵੱਧ ਡਰ ਨਹੀਂ ਹੈਗਾ, ਕਰੋਨਾ ਦਾ ਵੱਧ ਡਰ ਹੈ ਕਿ ਇਹਦਾ ਪਤਾ ਹੀ ਨਹੀਂ ਲੱਗਣਾ ਕਦੋਂ ਆ ਜਾਣਾ। ਜੇ ਅਸੀਂ ਇਹਦੇ ਕੋਲੋਂ ਨਹੀਂ ਡਰਦੇ ਤੇ ਗੋਲੀਆਂ ਤੋਂ ਡਰਨ ਦੀ ਕੀ ਲੋੜ ਹੈ? ਰਾਜਨੀਤੀ ਦਾ ਹਿੱਸਾ ਬਣੋ। ਮਾਫੀ ਚਾਹੁੰਦਾ ਜੀ, ਇਹ ਮੰਚ ਨਹੀਂ ਸੀ ਇਹ ਲੈਕਚਰ ਦੇਣ ਵਾਲਾ, ਪਰ ਭਾਈ ਸਾਹਿਬ ਨੇ ਹੱਲ ਪੁੱਛਿਆ ਸੀਗਾ ਤੇ ਮੈਂ ਜ਼ਰੂਰ ਇਹਦੇ ਉੱਤੇ ਚਰਚਾ ਕਰਨੀ ਚਾਹੁੰਦਾ ਸੀ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇਹ ਉਪਰਾਲਾ ਕਰਨ ਦਾ ਧੰਨਵਾਦ। ਮੈਨੂੰ ਇੱਥੇ ਤੁਸੀਂ ਬੁਲਾਇਆ, ਇਹਨੇ ਜੋਗਾ ਸਮਝਿਆ ਤੁਸੀਂ ਲੁਧਿਆਣੇ ਦੇ ਵਿੱਚ ਆਪਣੇ ਇਸ ਨੇਕ ਉਪਰਾਲੇ ਦੇ ਵਿੱਚ ਮੈਨੂੰ ਤੁਸੀਂ ਇੱਥੇ ਸੱਦਾ ਦਿੱਤਾ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦੋਂ ਵੀ ਨੂੰ ਸਵਾਲ ਕੀਤਾ ਵੀ ਕੀ ਕਰੋਗੇ, ਸ਼ਰਮਾ ਕੇ ਬੋਲਿਆ ਨਹੀਂ। ਬੇਨਤੀ ਹੈ, ਜਿਹੜਾ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੈ, ਸੇਵਾ ਨੂੰ ਡਿਊਟੀ ਜਾਣ ਕੇ ਨਹੀਂ, ਇਹਨੂੰ ਸੁਭਾਅ ਦੇ ਵਿੱਚ ਲੈ ਕੇ ਆਉਣਾ। ਕਿਉਂਕਿ ਜਦੋਂ ਅਸੀਂ ਡਿਊਟੀ ਸਮਝ ਕੇ ਕਰਦੇ ਹਾਂ ਤਾਂ ਕਦਾਈ ਹੋ ਜਾਂਦੀ ਹੈ ਸੁਭਾਅ ਹੈ। ਸੋ ਉਹ ਸੁਭਾਅ ਅਸੀਂ ਸਾਰੇ ਆਪਣੇ ਅੰਦਰ ਲੈ ਕੇ। ਦੂਸਰੀ ਚੀਜ਼, ਅਸੀਂ ਕਹਿੰਦੇ ਕਿ ਸੇਵਾ ਬਿਨਾਂ ਕਿਸੇ ਸਵਾਰਥ ਤੋਂ ਹੋਣੀ ਚਾਹੀਦੀ ਹੈ ਤੇ ਹੋਣੀ ਵੀ ਇਦਾਂ ਹੀ ਚਾਹੀਦੀ ਹੈ। ਭਾਗ ਵੀ ਤਾਂ ਹੀ ਲੱਗਦੇ ਆ। ਔਰ ਸਵਾਰਥ, ਮੈਂ ਇਹਦੇ ਵਿੱਚ ਇੱਕ ਚੀਜ਼ ਐਡ ਕਰਨੀ ਚਾਹੁੰਦਾ ਹਾਂ ਕਿ ਸਵਾਰਥ ਇਹ ਵੀ ਨਾ ਹੋਵੇ ਕਿ ਅਸੀਂ ਇਹ ਦੱਸ ਦਈਏ ਕਿ ਸਿੱਖ ਕੀ ਕਰ ਸਕਦੇ। ਇਹ ਸਵਾਰਥ ਨਹੀਂ ਹੋਣਾ ਚਾਹੀਦਾ। ਸਵਾਰਥ ਸਿੰਪਲੀ ਇਹ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਸਾਨੂੰ ਕਿਰਪਾ ਕਰਿਓ, ਬਖਸ਼ਿਸ਼ ਕਰਿਓ ਸਾਡੇ ਉੱਤੇ ਕਿ ਅਸੀਂ ਸਮੁੱਚੀ ਇਨਸਾਨੀਅਤ ਦੀ ਸੇਵਾ ਕਰ ਸਕੀਏ। ਅਸੀਂ ਕੋਈ ਵਾਕਿਆ ਨਾਲੋਂ ਅਲੱਗ ਨਹੀਂ। ਸਾਡੇ ਦਿਮਾਗਾਂ ਦੇ ਵਿੱਚ ਇੱਕ ਚੀਜ਼